ਜਲੰਧਰ ਦੀ ਜੰਗ ਦੇ ਇਸ ਖਾਸ ਬੁਲਟਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜਲੰਧਰ ਲੋਕ ਸਭਾ ਸੀਟ ਜ਼ਿਮਨੀ ਚੋਣ ਦੀ VOTING ਤਰੀਕ ਜਿਵੇਂ-ਜਿਵੇਂ ਨੇੜੇ ਆ ਰਹੀ ਹੈ ਉਸ ਦੇ ਚੱਲਦੇ ਹੋਏ ਜਲੰਧਰ ਸੀਟ ਤੇ ਚੋਣ ਪ੍ਰਚਾਰ ਹੋਰ ਤੇਜ਼ ਹੁੰਦਾ ਜਾ ਰਿਹਾ ਹੈ, ਜਿਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਜਤਿੰਦਰ ਸਿੰਘ ਵੀ ਆਪਣੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਲੋਕ ਸਭਾ ਹਲਕਾ ਜਲੰਧਰ ਵਿੱਚ ਕਈ ਜਗ੍ਹਾ ਤੇ ਚੋਣ ਪ੍ਰਚਾਰ ਕਰ ਰਹੇ ਹਨ, ਜਿਸ ਦੌਰਾਨ ਉਹਨਾਂ ਨੇ ਸਾਡੇ ਪੱਤਰਕਾਰ ਨਿਤਿਨ ਧੀਮਾਨ ਨਾਲ ਵਿਸ਼ੇਸ਼ ਗੱਲਬਾਤ ਕਰਕੇ ਜਲੰਧਰ ਜ਼ਿਮਨੀ ਚੋਣਾਂ ਬਾਰੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ। ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਲਗਾਤਾਰ ਪ੍ਰਚਾਰ ਪ੍ਰਸਾਰ ਜਾਰੀ ਹੈ ਤੇ ਕੁਝ ਹੀ ਦਿਨਾਂ ਦਾ ਜਿਹੜਾ ਸਮਾਂ ਜਿਹੜਾ ਉਹ ਰਹਿ ਗਿਆ ਹੈ। ਮੇਰੇ ਨਾਲ ਇਸ ਵਕਤ ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ ਜ਼ਿਮਨੀ ਚੋਣ ਨੂੰ ਲੈ ਕੇ ਹਰੇ ਮੁੱਦਿਆਂ ਤੇ ਵੀ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਐਮਐਸ1 ਦੇ ਵਿੱਚ। ਜੀ ਧੰਨਵਾਦ ਸਰ, ਤੁਸੀਂ ਵੀ ਘੁੰਮ ਰਹੇ ਹੋ, ਦੇਖਿਆ ਹੋਣਾ ਤੁਸੀਂ ਵੀ, ਕੀ ਲੱਗ ਰਿਹਾ ਜਲੰਧਰ 'ਚ ਇਸ ਵਾਰ ਕਿਵੇਂ ਬੀਜੇਪੀ ਦੀ ਹਵਾ ਕਿਵੇਂ ਹੈ? ਨਹੀਂ, ਬਿਲਕੁਲ ਬਹੁਤ ਵਧੀਆ ਹੈ ਤੇ ਮੈਂ ਤਾਂ ਕਹਾਂਗਾ ਕਿ ਇੱਕ ਨਵਾਂ ਆਯਾਮ ਕਾਇਮ ਹੋਣ ਵਾਲਾ, ਇੱਕ ਟਰਨਿੰਗ ਪੁਆਇੰਟ ਲੋਕਾਂ ਨੇ ਵੇਖ ਲਿਆ। ਪਿਛਲੇ 9 ਸਾਲਾਂ ਵਿੱਚ ਇੱਕ ਪਾਸੇ ਤੇ ਮੋਦੀ ਜੀ ਦੀ ਹਕੂਮਤ ਸੀ ਮਰਕਜ਼ ਵਿੱਚ, ਦੂਜੇ ਪਾਸੇ ਇੱਥੇ ਸਾਨੂੰ ਪ੍ਰਤੀਨਿਧਤਵ ਇਹੋ ਜਿਹਾ ਨਹੀਂ ਮਿਲਿਆ ਕਿ ਮੋਦੀ ਜੀ ਦੀਆਂ ਸਕੀਮਾਂ ਧਰਤੀ ਤੇ ਉਤਰ ਸਕਦੀਆਂ। ਪ੍ਰਦੇਸ਼ ਵਿੱਚ ਵੀ ਸਰਕਾਰ ਕਿਸੇ ਹੋਰ ਤਰੀਕੇ ਦੀ ਰਹੀ, ਸਾਡੇ ਇੱਥੇ ਦੇ ਜਿਹੜੇ ਪ੍ਰਤੀਨਿਧੀ ਸਨ ਉਹ ਵੀ ਦੂਸਰੀ ਪਾਰਟੀ ਦੇ ਰਹੇ। ਇੱਕ ਬੜੀ ਕਈ ਵਾਰੀ ਬੜਾ ਦੇਖ ਕੇ ਦੁੱਖ ਵੀ ਹੁੰਦਾ ਹੈ, ਇਹੋ ਜਿਹੀਆਂ ਵਧੀਆਂ ਜਿਹੜੀਆਂ ਲੋਕ ਹਿੱਤ ਦੀਆਂ ਸਕੀਮਾਂ ਸੀਆਂ ਉਹ ਵੀ ਇੱਥੇ ਨਹੀਂ ਪਹੁੰਚ ਸਕੀਆਂ। ਮਿਸਾਲ ਦੇ ਤੌਰ ਤੇ ਤੁਹਾਡੀ ਆਯੁਸ਼ਮਾਨ ਭਾਰਤ ਹੈ, ਹੈਲਥ ਇੰਸ਼ੋਰੈਂਸ ਸਕੀਮ, ਕਈ ਸੂਬਿਆਂ ਵਿੱਚ 100% ਲਾਗੂ ਹੋ ਚੁੱਕੀ ਹੈ। ਪੰਜਾਬ ਵਿੱਚ ਇੰਨੇ ਵਧੀਆ ਹਸਪਤਾਲ ਨੇ, ਅੰਮ੍ਰਿਤਸਰ ਵਿੱਚ, ਲੁਧਿਆਣੇ ਵਿੱਚ, ਜਲੰਧਰ ਵਿੱਚ। ਹਿਮਾਚਲ ਤੇ ਜੰਮੂ ਦੇ ਮਰੀਜ਼ ਆ ਕੇ ਉੱਥੇ ਕਾਰਡ ਦੇ ਉੱਤੇ ਆਪਣਾ ਇਲਾਜ ਕਰਵਾ ਰਹੇ ਨੇ ਫ੍ਰੀ, ਲੇਕਿਨ ਇੱਥੇ ਦੇ ਲੋਕਾਂ ਨੂੰ ਉਹਦੀ ਸੁਵਿਧਾ ਨਹੀਂ ਮੁਯੱਸਰ ਕੀਤੀ ਗਈ ਕਿਉਂਕਿ ਇੱਥੇ ਦੇ ਪ੍ਰਤੀਨਿਧੀ ਨੇ ਉਹਦੇ ਵਿੱਚ ਦਿਲਚਸਪੀ ਲਈ ਤੇ ਨਾ ਇੱਥੇ ਦੀ ਰਾਜ ਸਰਕਾਰ ਨੇ। ਔਰ ਜਿੱਥੇ ਜਲੰਧਰ ਦਾ ਤਲਕ ਹੈ ਕਿਉਂਕਿ ਇੰਡਸਟਰੀਅਲ ਟਾਊਨ ਹੈ, ਇੰਨੀ ਇਨਸੈਂਟੀਵਾਈਜੇਸ਼ਨ, ਇੰਨੀ ਈਜ਼ ਆਫ ਬਿਜ਼ਨਸ ਦੇ ਨਵੇਂ ਪ੍ਰੋਗਰਾਮ, ਨਵੀਆਂ ਸਕੀਮਾਂ ਮੋਦੀ ਜੀ ਨੇ ਲਿਆਈਆਂ ਨੇ ਜਿਹੜੀਆਂ ਦੂਸਰੇ ਸੂਬਿਆਂ ਵਿੱਚ ਕੰਮ ਆ ਰਹੀਆਂ। ਜੇ ਇੱਥੇ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਤੇ ਆਸਤਾ ਲੋਕਾਂ ਦਾ ਇੰਡਸਟਰੀ ਵੱਲੋਂ ਰੁਝਾਨ ਘਟਦਾ ਜਾਵੇਗਾ ਕਿਉਂਕਿ ਬਿਜ਼ਨਸਮੈਨ ਢੂੰਡਦਾ ਈਜ਼ ਆਫ ਬਿਜ਼ਨਸ, ਨਾਟ ਕਿ ਅਨਈਜ਼। ਔਰ ਉਹਦੇ ਨਾਲ ਫਿਰ ਜਿਸਲੇ ਭ੍ਰਸ਼ਟਾਚਾਰ ਵੀ ਜੁੜ ਜਾਵੇ, ਮੋਦੀ ਜੀ ਨੇ ਕਿਹਾ 0 ਟਾਲਰੈਂਸ ਫॉर ਭ੍ਰਸ਼ਟਾਚਾਰ, ਇੱਥੇ 4 0 ਹੋਰ ਲੱਗ ਗਏ ਨੇ। ਮੋਦੀ ਜੀ ਨੇ ਕਿਹਾ 0 ਟਾਲਰੈਂਸ ਫॉर ਟੈਰਰਿਜ਼ਮ, ਇੱਥੇ ਰਸਤਾ ਹੀ ਦੂਜਾ ਹੋ ਗਿਆ। ਤਾਂ ਇੱਕ ਦਿਸ਼ਾ ਵਿੱਚ ਸਾਰਾ ਹਿੰਦੁਸਤਾਨ ਚੱਲ ਰਿਹਾ ਹੈ ਮੋਦੀ ਜੀ ਦੀ ਅਗਵਾਈ ਵਿੱਚ, ਔਰ ਉਹਦਾ ਫਾਇਦਾ ਲੈ ਰਿਹਾ। ਮੈਂ ਨਹੀਂ ਕਹਿੰਦਾ ਕਿ ਭਾਰਤੀ ਜਨਤਾ ਪਾਰਟੀ ਦੇ ਕਾਰਕੁਨ ਹੋਣ ਦੇ ਨਾਤੇ ਕਹਿ ਰਿਹਾ, ਮੈਂ ਕਹਿੰਦਾ ਮੇਰਾ ਬੱਚਿਆਂ ਦਾ ਮੁਸਤਕਬਲ ਕਿੱਥੇ ਮਹਿਫੂਜ਼ ਹੈ, ਤੁਹਾਨੂੰ ਆਪੇ ਸਮਝ ਆਏਗਾ। ਕਿਆ ਇਸ ਤਰੀਕੇ ਦਾ ਦੌਰ ਚੱਲਦਾ ਰਿਹਾ ਤੇ ਮੈਨੂੰ ਲੱਗਦਾ ਪੰਜਾਬ ਹੋਰ ਪਿਛੜ ਜਾਏਗਾ। ਤੁਹਾਡਾ ਭਾਈਵਾਲ ਪਹਿਲਾਂ ਅਕਾਲੀ ਦਲ ਸੀਗਾ, ਵੱਖ ਹੋ ਗਏ। ਬੀਜੇਪੀ ਹਮੇਸ਼ਾ ਸ਼ਹਿਰਾਂ ਦੇ ਵਿੱਚ ਹੀ ਰਹੀ, ਪਿੰਡਾਂ 'ਚ ਵੀ ਜਾ ਰਹੀ ਹੈ ਤੇ ਇਹ ਵੀ ਦੇਖੇ ਪਿੰਡਾਂ 'ਚ ਹੁੰਗਾਰਾ ਮਿਲ ਰਿਹਾ। ਕੀ ਲੱਗਦਾ ਪਹਿਲਾਂ ਆ ਜਾਣਾ ਚਾਹੀਦਾ ਸੀ ਪਿੰਡਾਂ 'ਚ ਜਾਂ ਹੁਣ ਜ਼ਿਆਦਾ? ਨਹੀਂ, ਇਹੋ ਜਿਹੀ ਗੱਲ ਨਹੀਂ ਹੈ। ਇੱਕ ਧਾਰਨਾ ਸੀ ਕਿ ਬੀਜੇਪੀ ਸ਼ਹਿਰਾਂ ਵਿੱਚ ਜ਼ਿਆਦਾ ਹੈ, ਲੇਕਿਨ ਹੁਣ ਸਾਰੇ ਮੁਲਕ ਵਿੱਚ ਤੁਸੀਂ ਦੇਖੋ ਬੀਜੇਪੀ ਦਾ ਗ੍ਰਾਫ ਬਿਲਕੁਲ ਇੱਕ ਸਮਾਨ ਹੋ ਗਿਆ, ਖਾਸ ਤੌਰ ਮੋਦੀ ਜੀ ਦੇ ਆਉਣ ਦੇ ਬਾਅਦ। ਮੋਦੀ ਜੀ ਦੀ ਅਪੀਲ ਜਿਹੜੀ ਉੱਪਰੋਂ ਲੈ ਕੇ ਥੱਲੇ ਤੱਕ ਹੈ, ਦਿਹਾਤਾਂ ਵਿੱਚ ਵੀ ਹੈ ਤੇ ਪਿੰਡਾਂ ਵਿੱਚ ਵੀ ਹੈ ਤੇ ਸ਼ਹਿਰਾਂ ਵਿੱਚ ਵੀ ਹੈ, ਮਹਾਨਗਰਾਂ ਵਿੱਚ ਵੀ, ਉੱਤਰ ਵਿੱਚ ਵੀ, ਦਕਸ਼ਣ ਵਿੱਚ, ਪੂਰਬ ਵੀ, ਪੱਛਮ, ਪੂਰਬ ਉੱਤਰ। ਮੈਂ ਤਾਂ ਕਹਿੰਦਾ ਇੱਕ ਡੋਰ ਵਿੱਚ ਵੰਡਣ ਕੰਮ ਕੀਤਾ ਹੈ ਮੋਦੀ ਜੀ ਨੇ। ਤੇ ਲੋਕੀ ਇਹ ਦੇਖਦੇ ਨੇ, ਭਾਵੇਂ ਉਹ ਦਿਹਾਤੀ ਨੇ ਭਾਵੇਂ ਸ਼ਹਿਰੀ ਨੇ, ਉਹ ਸਮਝਦੇ ਨੇ ਕਿ ਜਿਹੜਾ ਸਾਡਾ ਫਾਇਦਾ ਭਲਾ ਮੋਦੀ ਜੀ ਦੇ ਹੁੰਦੇ ਹੋ ਸਕਦਾ, ਕਿਉਂਕਿ ਇੱਕ ਉਹਨਾਂ ਨੇ ਐਸਾ ਨਿਜ਼ਾਮ ਦਿੱਤਾ ਹੈ ਜਿਹੜਾ ਗਰੀਬ ਪਰਵਰ ਤੇ ਹੈ ਹੀ ਹੈ, ਨਾਲ ਉਹਦੀ ਜਵਾਬਦੇਹੀ ਹੈ, ਉਹਦੇ 'ਚ ਪਾਰਦਰਸ਼ਤਾ ਹੈ। ਹੁਣ ਤੁਸੀਂ ਦੇਖੋ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ੁਰੂ ਕੀਤੀ ਹੈ ਮੋਦੀ ਜੀ ਨੇ ਕਿ ਕੋਈ ਵੀ ਬੰਦਾ ਕੱਚੇ ਘਰ 'ਚ ਨਾ ਰਹਿਣ ਵਾਸਤੇ ਮਜਬੂਰ ਹੋਵੇ। ਇਸ ਵੇਲੇ ਉਸ ਦਰ ਲਗਭਗ 11,000 ਮਕਾਨ ਪੂਰੇ ਮੁਲਕ ਹੀ ਤਾਮੀਰ ਹੋ ਰਹੇ। ਬਦਕਿਸਮਤੀ ਨਾਲ ਅਜੇ ਪੰਜਾਬ ਵਿੱਚ ਉਹ ਵੀ ਸਕੀਮ ਉਸ ਤਰੀਕੇ ਨਾਲ ਲਾਗੂ ਨਹੀਂ ਕੀਤੀ ਗਈ। ਤਾਂ ਇਸ ਵਾਸਤੇ, ਔਰ ਇਹ ਸਾਰੇ ਜਿਹੜੇ ਮਕਾਨ ਬਣਦੇ ਪਏ ਨੇ ਇਹ ਦਿਹਾਤਾਂ ਵਿੱਚ ਜ਼ਿਆਦਾ ਬਣ ਰਹੇ ਨੇ। ਪ੍ਰਧਾਨ ਮੰਤਰੀ ਇੱਕ ਦਿਹਾਤੀ ਯੋਜਨਾ ਵੱਖਰੀ ਹੈ, ਸ਼ਹਿਰੀ ਯੋਜਨਾ ਵੱਖਰੀ ਹੈ। ਯਾਨੀ ਮੋਦੀ ਜੀ ਨੇ ਇੱਕ ਸਮਾਨ ਇਹ ਨਹੀਂ ਕੀਤਾ ਕਿ ਬਈ ਦਿਖ ਕਰਕੇ ਕਿ ਜਿੱਥੇ ਵੋਟ ਮਿਲਦਾ ਹੈ ਉੱਥੇ ਕੰਮ ਕਰਤਾ ਜਾਏ, ਜਿੱਥੇ ਨਹੀਂ ਮਿਲਦਾ ਉੱਥੇ। ਉਹਨਾਂ ਕਿਹਾ ਕਿ ਜਿੱਥੇ ਜਿਸ ਚੀਜ਼ ਦੀ ਕਮੀ ਰਹਿ ਗਈ ਹੈ, ਕੁਤਾਹੀ ਰਹਿ ਗਈ ਹੈ, ਉਹਦੀ ਪੂਰਤੀ ਕਰਨੀ ਹੈ। ਔਰ ਇਸ ਵਾਸਤੇ ਤੁਸੀਂ ਦੇਖੋ ਬਾਕੀ ਮੁਲਕ ਦੇ ਵਾਂਗਰ ਪੰਜਾਬ ਵਿੱਚ ਵੀ, ਦਿਹਾਤਾਂ ਵਿੱਚ ਵੀ ਉਸੇ ਤਰ੍ਹਾਂ ਦਾ ਸਾਨੂੰ ਸਮਰਥਨ ਮਿਲ ਰਿਹਾ ਹੈ। ਔਰ ਇਸ ਵਾਰੀ ਜਿਹੜਾ ਨਤੀਜਾ ਆਵੇਗਾ ਉੱਥੋਂ ਇਹ ਪ੍ਰਮਾਣਿਤ ਹੋ ਜਾਵੇਗਾ। ਆਖਰੀ ਸਵਾਲ, ਕਿੰਨਾ ਜਿੱਤ ਦਾ ਤੁਹਾਨੂੰ ਆਸ਼ਵਾਸਤ ਕਿੰਨੇ ਆ? 100%। ਧੰਨਵਾਦ। ਗੱਲ ਕਰਨੇ ਸੀ ਅਸੀਂ ਕੇਂਦਰੀ ਮੰਤਰੀ ਜਤਿੰਦਰ ਸਿੰਘ ਮੇਰੇ ਨਾਲ, ਜਿਨ੍ਹਾਂ ਨੇ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਆਪਣੀ ਰਾਏ ਸਾਡੇ ਨਾਲ ਰੱਖੀ।
ਕੈਮਰਾਮੈਨ ਭਵਨ ਸਿੰਘ ਦਾਦੂ ਨਾਲ ਨਿਤਿਨ ਕੁਮਾਰ MS1 ਨਿਊਜ਼। ਜਲੰਧਰ ਜਿਮਨੀ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਵਿਧਾਇਕ ਚੋਣ ਪ੍ਰਚਾਰ ਕਰ ਰਹੇ ਹਨ ਤੇ ਆਪਣੇ ਉਮੀਦਵਾਰ ਦੀ ਹੌਸਲਾ ਅਫਜ਼ਾਈ ਵੀ ਕਰ ਰਹੇ ਹਨ, ਜਿਸ ਦੇ ਚੱਲਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਵਿਨਾਸ਼ ਰਾਏ ਖੰਨਾ ਵੀ ਆਪਣੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਜਲੰਧਰ ਪਹੁੰਚੇ, ਜਿੱਥੇ ਉਹਨਾਂ ਵੱਲੋਂ ਜਲੰਧਰ ਜਿਮਨੀ ਚੋਣਾਂ ਨੂੰ ਲੈ ਕੇ ਸਾਡੇ ਪੱਤਰਕਾਰ ਨਿਤਿਨ ਧੀਮਾਨ ਨਾਲ ਗੱਲਬਾਤ ਕੀਤੀ ਗਈ, ਜਿਸ ਦੀ ਇਹ ਖਾਸ ਰਿਪੋਰਟ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ। ਜਲੰਧਰ ਜਿਮਨੀ ਚੋਣ ਦਾ ਪ੍ਰਚਾਰ ਪ੍ਰਸਾਰ ਆਖਰੀ ਦਿਨਾਂ ਦੇ ਵਿੱਚ ਹੈ, ਕੁਝ ਹੀ ਦਿਨ ਬਾਕੀ ਬਚੇ ਨੇ ਤੇ ਬੀਜੇਪੀ ਨੇ ਵੀ, ਆਮ ਆਦਮੀ ਪਾਰਟੀ ਨੇ, ਕਾਂਗਰਸ ਸਾਰਿਆਂ ਨੇ ਆਪਣਾ ਜ਼ੋਰ ਲਾਇਆ। ਮੇਰੇ ਨਾਲ ਇਸ ਵਕਤ ਬੀਜੇਪੀ ਦੇ ਸਾਬਕਾ MP ਤੇ ਵਰਿਸ਼ਠ ਬੀਜੇਪੀ ਆਗੂ ਅਵਿਨਾਸ਼ ਰਾਏ ਖੰਨਾ ਨੇ, ਗੱਲਬਾਤ ਕਰਾਂਗੇ, ਕਈ ਮੁੱਦਿਆਂ ਤੇ ਵੀ ਸਮਝਾਂਗੇ ਵੀ। ਅਵਿਨਾਸ਼ ਰਾਏ ਜੀ, ਗੱਲ ਕਰੀਏ, ਅਕਾਲੀ ਤੋਂ ਅਲੱਗ ਹੋ ਕੇ ਪਹਿਲੀ ਵਾਰ ਤੁਸੀਂ ਲੜ ਰਹੇ ਹੋ, ਜਿਮਨੀ ਚੋਣ ਆ ਰਿਹਾ, ਕਿਸ ਤਰੀਕੇ ਦਾ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਹੁੰਗਾਰਾ ਮਿਲ ਰਿਹਾ? ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਬਹੁਤ-ਬਹੁਤ ਕਿ ਤੁਸੀਂ ਮੌਕਾ ਦਿੱਤਾ ਕਿ ਅਸੀਂ ਆਪਣੀ ਗੱਲ ਤੁਹਾਡੇ ਦਰਸ਼ਕਾਂ ਤੱਕ ਲੈ ਕੇ ਜਾ ਸਕੀਏ ਔਰ ਬਹੁਤ ਸਾਰੇ ਵੋਟਰ ਵੀ ਇਸ ਗੱਲ ਨੂੰ ਸੁਣ ਰਹੇ ਹੋਣਗੇ। ਠੀਕ ਹੈ ਕਿ ਪਹਿਲੀ ਵਾਰ ਅਸੀਂ ਅਕਾਲੀ ਦਲ ਨੂੰ ਅਲੱਗ ਹੋ ਕੇ ਚੋਣ ਲੜ ਰਹੇ ਹਾਂ। ਜਿਹੜਾ ਰਿਸਪੌਂਸ ਵਰਕਰ ਦਾ ਔਰ ਲੋਕਾਂ ਦਾ ਅਸੀਂ ਦੇਖਿਆ, ਉਹਦੇ ਵਿੱਚ ਇਹ ਲੱਗ ਰਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਲੋਕਾਂ ਨੂੰ ਬਹੁਤ ਵੱਡਾ ਵਿਸ਼ਵਾਸ ਹੈ। ਉਹਦੇ ਕਾਰਨ ਕੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਬਹੁਤ ਸਾਰੀਆਂ ਸਕੀਮਾਂ ਬਿਨਾਂ ਲੋਕਾਂ ਦੇ ਮੰਗੇ, ਬਿਨਾਂ ਲੋਕਾਂ ਦੇ ਡਿਮਾਂਡ ਕੀਤੇ ਹੋਏ ਲਾਂਚ ਕੀਤੀਆਂ ਔਰ ਉਹਨਾਂ ਦਾ ਬੈਨੀਫਿਟ ਲੋਕਾਂ ਨੂੰ ਮਿਲ ਰਿਹਾ। ਇਸੇ ਤਰ੍ਹਾਂ ਜਦੋਂ ਅਸੀਂ ਪੰਚਾਇਤਾਂ ਜਾਂਦੇ ਹਾਂ, ਪੰਚਾਇਤਾਂ ਦੇ ਸਰਪੰਚਾਂ ਨੂੰ ਪੁੱਛੀ ਜਾਵੇ ਕਿ ਤੁਹਾਨੂੰ ਕਿੰਨੀ ਗ੍ਰਾਂਟ ਆਈ ਹੈ, ਔਰ ਮੈਂ ਸੁਣ ਕੇ ਵੀ ਹੈਰਾਨ ਹੈ ਕਿ 20 ਲੱਖ ਤੋਂ ਲੈ ਕੇ 21 ਕਰੋੜ ਰੁਪਏ ਦੀ ਗ੍ਰਾਂਟ ਜਿਹੜੀ ਹੈ ਉਹ ਸਰਪੰਚਾਂ ਨੂੰ ਸਿੱਧੀ ਡਾਇਰੈਕਟ ਆ ਰਹੀ ਹੈ ਐਸ ਪਰ ਪਾਪੂਲੇਸ਼ਨ 14ਵੇਂ ਤੇ 15ਵੇਂ ਵਿੱਤ ਕਮਿਸ਼ਨ ਦਾ। ਤਾਂ ਜਦੋਂ PM ਦੇ ਸਿੱਧਾ ਲਿੰਕ ਇੱਕ ਸਰਪੰਚ ਦੇ ਨਾਲ ਡਿਵੈਲਪਮੈਂਟ ਲਈ ਪੈਸੇ ਦੇ ਕੇ ਹੈ ਤਾਂ ਨੈਚੁਰਲੀ ਉਹਨਾਂ ਦਾ ਝੁਕਾਅ, ਉਹਨਾਂ ਦਾ ਗੱਲਬਾਤ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ ਹੁੰਦੀ ਹੈ। ਇਸ ਕਰਕੇ ਸਾਨੂੰ ਕੋਈ ਜ਼ਿਆਦਾ ਡਿਫਿਕਲਟੀ ਕੋਈ ਮਹਿਸੂਸ ਨਹੀਂ ਹੋਈ, ਲੇਕਿਨ ਇਸ ਗੱਲ ਦੀ ਖੁਸ਼ੀ ਜ਼ਰੂਰ ਹੋਈ ਹੈ ਕਿ ਜਦੋਂ ਅਸੀਂ ਲੋਕਾਂ 'ਚ ਗਏ ਹਾਂ ਤਾਂ ਉਹ ਉਡੀਕ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਸਾਡੇ ਕੋਲ ਆਇਆ। ਪਹਿਲੀ ਵਾਰ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੋ ਸਾਡੇ 9 ਸਾਲ 'ਚ ਕੰਮ ਕੀਤੇ ਆ ਉਹਨਾਂ ਨੂੰ ਰਿਟਰਨ ਕਰਨ ਦਾ ਮੌਕਾ ਮਿਲਿਆ। ਦੂਸਰੀ ਗੱਲ, ਆਯੁਸ਼ਮਾਨ ਭਾਰਤ ਕਾਰਡ ਵੀ ਸਭ ਲੋਕਾਂ ਦੇ ਬਣੇ ਹੋਏ ਨੇ। ਇਸੇ ਤਰ੍ਹਾਂ ਲੇਬਰ ਡਿਪਾਰਟਮੈਂਟ ਦਾ ਸ਼੍ਰਮ ਕਾਰਡ ਵੀ ਬਹੁਤ ਸਾਰੇ ਲੋਕਾਂ ਦਾ ਬਣਿਆ ਹੋਇਆ। ਇੱਕ ਗੱਲ, ਅਸੀਂ ਗਰੀਬ ਆਦਮੀ ਜਦੋਂ ਇਹ ਗੱਲ ਕਹਿੰਦਾ ਕਿ ਸਾਡੇ ਘਰ 'ਚ ਟਾਇਲਟ ਨਹੀਂ ਸੀ ਤੇ ਅਸੀਂ ਨਾ ਮੰਗਣ ਗਏ ਹਾਂ, ਦੇਸ਼ ਦੇ ਪ੍ਰਧਾਨ ਮੰਤਰੀ ਸਕੀਮ ਬਣੀ, ਅੱਜ ਉਹਨਾਂ ਦੇ ਘਰਾਂ 'ਚ ਟਾਇਲਟ ਵੀ ਆ ਗਈ, ਉਹਨਾਂ ਨੂੰ ਮਕਾਨ ਵੀ ਮਿਲ ਗਏ, ਤਾਂ ਬਹੁਤ ਸਾਰੀਆਂ ਬੈਨੀਫੀਸ਼ੀਅਰੀ ਸਕੀਮ ਜਿਹੜੀਆਂ ਉਹ ਮਿਲ ਗਈਆਂ। ਵੱਡੀ ਗੱਲ ਜਿਹੜੀ ਲੋਕਾਂ ਦੇ ਵਿੱਚ ਇੱਕ ਰਿਸਪੈਕਟਫੁਲ ਵੇ ਦੇ ਨਾਲ ਲੋਕ ਦੇਖਦੇ ਨੇ, ਉਹਦੇ ਵਿੱਚ ਮੈਂ ਵੀ ਹਾਂ, ਤੁਸੀਂ ਵੀ ਹਾਂ। ਕਰੋਨਾ ਦੇ ਟਾਈਮ ਦੇ ਵਿੱਚ ਜਦੋਂ ਹਾਹਾਕਾਰ ਮਚੀ ਹੋਈ ਸੀ, ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਹੜੀ ਵੈਕਸੀਨੇਸ਼ਨ 3 ਵੈਕਸੀਨੇਸ਼ਨ ਲੋਕਾਂ ਦੀ ਕਰਾਤੀ ਔਰ ਮੁਫਤ ਕਰਾਈ, ਲੋਕਾਂ ਨੂੰ ਘਰੋਂ ਸਦਕੇ ਕਰਾਈ, ਉਹ ਲੋਕ ਵੀ ਬਹੁਤ ਵੱਡਾ ਇਸ ਦਾ ਹੁੰਗਾਰਾ ਦੇ ਰਹੇ ਨੇ। ਔਰ ਉਹਦੇ ਨਾਲ ਜਿਹੜੇ ਗਰੀਬ ਲੋਕ, ਲੋੜਵੰਦ ਲੋਕ, ਉਹਨਾਂ ਨੂੰ 80 ਕਰੋੜ ਲੋਕਾਂ ਦੇ ਘਰ ਦੇ ਵਿੱਚ ਰਾਸ਼ਨ ਦੇਣਾ, ਉਹ ਵੀ ਆਪਣੇ ਆਪ 'ਚ ਇੱਕ ਬਹੁਤ ਵੱਡੀ ਉਪਲਬਧੀ ਹੈ। ਤਾਂ ਜਦੋਂ ਅਸੀਂ ਕੰਮਾਂ ਦੀ ਗੱਲ ਗਿਣਤੀ ਕਰਦੇ ਹਾਂ ਤਾਂ ਐਸੇ ਬਹੁਤ ਸਾਰੇ ਕੰਮ ਨੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਾਲਿਸੀਜ਼ ਬਣਾ ਕੇ ਕੀਤੇ ਆ ਔਰ ਬਿਨਾਂ ਮੰਗੇ ਤੇ ਹੀ ਲੋਕਾਂ ਨੂੰ ਬਹੁਤ ਕੁਝ ਦਿੱਤਾ ਹੈ। ਗੱਲ ਕਰੀਏ ਚੋਣਾਂ ਦੀ ਤੇ ਬਸਪਾ ਨਾਲ ਗੱਠਜੋੜ ਆ ਅਕਾਲੀ ਦਲ ਦਾ, ਬਸਪਾ ਦਾ ਵੀ ਪ੍ਰਭਾਵ 2019 ਚੋਣਾਂ ਦੇਖੀਏ 2 ਲੱਖ ਦੇ ਕਰੀਬ ਵੋਟਾਂ ਲੈ ਗਈ ਸੀ, ਤੇ ਕਿਵੇਂ ਦੇਖਦੇ ਹੋ ਫਿਰ ਇਸ ਤਰੀਕੇ ਨਾਲ ਗਣਿਤ ਜਿਹੜਾ ਉਹ ਕਿਤੇ ਖਰਾਬ ਹੁੰਦਾ ਨਜ਼ਰ ਨਹੀਂ ਆ ਰਿਹਾ ਤੁਹਾਨੂੰ? ਤੁਸੀਂ ਇਸ ਤੋਂ ਪਹਿਲਾਂ ਹੁਣੇ ਇਲੈਕਸ਼ਨ ਹੋ ਕੇ ਹਟਿਆ ਵਿਧਾਨ ਸਭਾ ਦਾ, ਉਸ ਵੇਲੇ ਵੀ ਗਠਬੰਧਨ ਸੀ। ਇਹ ਗਠਬੰਧਨ ਲੋਕਾਂ ਨੂੰ ਖਾਸ ਤੌਰ ਤੇ ਅਕਾਲੀ ਦਲ ਔਰ BSP ਦੇ ਵਰਕਰਾਂ ਨੂੰ ਦੇ ਗਲੇ 'ਚ ਨਹੀਂ ਉਤਰ ਰਿਹਾ। ਨਾ ਅਕਾਲੀ ਦਲ ਦਾ ਵਰਕਰ ਖੁਸ਼ ਹੈ, ਨਾ BSP ਦਾ ਵਰਕਰ ਜਿਹੜਾ ਖੁਸ਼ ਹੈ, ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀ ਲੜਾਈ ਸੀ ਉਹ ਉਸ ਵੇਲੇ ਇਹਨਾਂ ਦੇ ਅਕਾਲੀ ਔਰ BSP ਦੇ ਲੋਕਾਂ ਦੇ ਵਿੱਚ ਰਹੀ ਹੈ। ਉਹ ਹਜੇ ਤੱਕ ਆਪਸ ਵਿੱਚ ਮੇਲ ਮਿਲਾਪ ਨਹੀਂ ਹੋਇਆ, ਤਾਂ ਇਸ ਗਠਬੰਧਨ ਦਾ ਉਹਨਾਂ ਫਾਇਦਾ ਜੋ ਇਹ ਸੋਚ ਰਹੇ ਨੇ ਨਹੀਂ ਹੋ ਪਾਏਗਾ। ਗੱਲ ਕਰੀ ਕਾਂਗਰਸ ਦੀ, ਕਾਂਗਰਸ ਕਹਿ ਰਹੀ ਹੈ ਕਿ ਸਾਡੀ ਸੀਟ ਸੀਗੀ, ਅਸੀਂ ਰੱਖਾਂਗੇ ਆਪਣੇ ਕੋਲ, ਅਸੀਂ ਇੰਨੇ ਸਾਲ ਤੋਂ ਆਪਣੇ ਕੋਲ ਰੱਖੀ, ਕਾਫੀ ਕੰਮ ਕਰਾਏ ਨੇ, ਲੋਕਾਂ ਵਿੱਚ ਜਾਂਦੇ ਸੀਗੇ ਚੌਧਰੀ ਸਾਹਿਬ। ਕਿੰਨਾ ਚੈਲੰਜ ਮੰਨਦੇ ਕਾਂਗਰਸ ਨੂੰ? ਦੇਖੋ 9 ਸਾਲ ਦਾ ਰਿਕਾਰਡ ਹੈ। 9 ਸਾਲ ਦੇ ਰਿਕਾਰਡ ਦੇ ਵਿੱਚ ਜੋ ਵਿਕਾਸ ਇੱਕ MP ਆਪਣੇ ਇਲਾਕੇ 'ਚ ਕਰਾ ਸਕਦਾ ਉਹ ਇੱਥੇ ਲੋਕਾਂ ਨੇ ਦੇਖਿਆ ਨਹੀਂ। ਤਾਂ ਜਦੋਂ ਅਸੀਂ ਗੱਲ ਕਰਦੇ ਹਾਂ ਲੋਕਾਂ ਨੇ ਜਾ ਕੇ ਵੀ ਦੱਸੋ ਕੀ ਬੈਨੀਫਿਟ ਆ, ਹੁਣ ਛੋਟਾ ਜਿਹਾ ਗੱਲ ਹੈ, ਮੈਂ ਕਰਤਾਰਪੁਰ 'ਚ ਗਿਆ ਉਦੋਂ, ਕਰਤਾਰਪੁਰ ਦੇ ਲੋਕ ਇਹ ਕਹਿ ਰਹੇ ਨੇ ਕਿ ਕਰੋਨਾ ਦੇ ਟਾਈਮ 'ਤੇ ਸਾਡੀਆਂ ਟ੍ਰੇਨਸ ਕੁਝ ਬੰਦ ਹੋਈਆਂ,
ਲੇਕਿਨ ਸਾਡੇ ਐਮਪੀ ਸਾਹਿਬ ਉਹ ਟ੍ਰੇਨ ਨੂੰ ਰਿਸਟੋਰ ਨਹੀਂ ਕਰਾ ਪਾਏ। ਅੱਜ ਅਸੀਂ ਉਹਨਾਂ ਦੀ ਲੈ ਕੇ ਰਿਕੁਐਸਟ ਉੱਪਰ ਭੇਜੀ ਹੈ। ਘੱਟ ਤੋਂ ਘੱਟ ਪਾਰਲੀਮੈਂਟ ਦੇ ਵਿੱਚ ਇਹ ਗੱਲਾਂ ਰੇਜ਼ ਕੀਤੀਆਂ ਜਾ ਸਕਦੀਆਂ ਸੀ। ਤੋ ਇਹ ਲੋਕ ਛੋਟੇ ਛੋਟੇ ਗੱਲਾਂ ਨੂੰ ਵੀ ਅੱਜ ਕੱਲ੍ਹ ਇਲੈਕਸ਼ਨਾਂ ਕਾਊਂਟ ਕਰਦੇ ਆ। ਤੋ ਪਰਫਾਰਮੈਂਸ ਵਾਈਜ਼ ਲੋਕ ਜਿਹੜੇ ਹੈ ਉਹ ਕਹਿੰਦੇ ਕਿ 9 ਸਾਲ ਦੇ ਵਿੱਚ ਜੋ ਕੰਮ ਹੋਣੇ ਚਾਹੀਦੇ ਸੀ ਨਹੀਂ ਹੋਏ। ਔਰ ਅਸੀਂ ਹਲੇ ਤਾਂ ਸੱਤਾ 'ਚ ਆਏ ਨਹੀਂ, ਇੱਥੇ ਲੋਕ ਸਭਾ 'ਚ ਪਹਿਲੀ ਵਾਰ ਲੜ ਰਹੇ ਹਾਂ। ਤਾਂ ਉਹ ਗੱਲ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸੀ ਹੈ ਕਿ ਬਿਨਾਂ ਮੰਗੇ ਤੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੁਝ ਦੇ ਦਿੱਤਾ, ਉਹ ਸਾਡੇ ਲਈ ਇੱਕ ਬਹੁਤ ਵੱਡਾ ਐਜ ਹੈ ਔਰ ਪੋਜ਼ਿਟਿਵ ਪੁਆਇੰਟ ਹੈ। ਸਰਕਾਰ ਕਹਿ ਰਹੀ ਹੈ ਅਸੀਂ ਬਿਜਲੀ ਫ੍ਰੀ ਕਰਾਤੀ ਹੈ, ਮੁਹੱਲਾ ਕਲੀਨਿਕ ਬਣ ਗਏ, ਇਹਨਾਂ ਚੀਜ਼ਾਂ ਤੇ ਹੀ VOTING ਸਾਨੂੰ ਹੋਏਗੀ। ਤੁਸੀਂ 13 ਮਹੀਨੇ ਦਾ ਕਾਰਜਕਾਲ ਸਰਕਾਰ ਦਾ ਕਿਵੇਂ ਵੇਖਦੇ ਹੋ? ਸਭ ਤੋਂ ਵੱਡੀ ਪ੍ਰਾਇੋਰਟੀ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਲਾਅ ਐਂਡ ਆਰਡਰ ਇੱਕ ਸਟੇਟ ਦੀ। ਤੁਸੀਂ ਵੀ ਰੋਜ਼ ਕਵਰ ਕਰਦੇ ਆ, ਤੁਸੀਂ ਮੈਂ ਤੁਹਾਡਾ ਕੈਮਰਾ ਜੇ ਦੁਆਰਾ ਰਿਵਾਈਂਡ ਕਰਾਂ ਤਾਂ ਤੁਸੀਂ ਬਹੁਤ ਸਾਰੀਆਂ ਵਾਰਦਾਤਾਂ ਇੱਥੇ ਡਿਵੈਲਪਮੈਂਟ ਦੀ ਘੱਟ ਤੁਹਾਡੇ ਕੋਲ ਰਿਕਾਰਡਿੰਗ ਹੋਣੀ ਹੈ ਔਰ ਵਾਰਦਾਤਾਂ ਦੀ ਜ਼ਿਆਦਾ ਹੋਣੀ ਹੈ। ਕਿਤੇ ਮਰਡਰ ਹੋ ਰਿਹਾ, ਕਿਤੇ ਲੁੱਟ ਖੋਹ ਹੋ ਰਹੀ ਹੈ, ਕਿਤੇ ATM ਲੁੱਟੇ ਜਾ ਰਹੇ ਨੇ, ਕਿਤੇ ਪੈਟਰੋਲ ਪੰਪ ਲੁੱਟੇ ਜਾ ਰਹੇ ਨੇ, ਕਦੀ ਬੈਂਕਾਂ ਡਾਕੇ ਪੈ ਰਹੇ ਨੇ। ਤੋ ਇਹ 13 ਮਹੀਨੇ ਦੀ ਇੱਕ ਦੇਣ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਨੂੰ। ਬਿਜਲੀ ਬਿੱਲ ਦੀ ਗੱਲ ਕੀਤੀ ਤੁਸੀਂ, ਲੋਕਾਂ 'ਚ 100% ਇਹ ਗੱਲ ਹੈ ਕਿ ਇਹ 13 ਤਰੀਕ ਤੋਂ ਬਾਅਦ ਜਦੋਂ ਇਹਨਾਂ ਨੇ ਚੁਣਾਵ ਹਾਰ ਜਾਣਾ ਤਾਂ ਬਿੱਲ ਵਿਦ ਇੰਟਰਸਟ ਲੋਕਾਂ ਨੂੰ ਆ ਜਾਣੇ ਨੇ, ਕਿਉਂਕਿ ਇਹਨਾਂ 'ਤੇ ਵਿਸ਼ਵਾਸ ਨਹੀਂ ਕਰਦੇ ਲੋਕ। ਝੂਠ ਦੀ PhD ਕੀਤੀ ਹੋਈ ਲੋਕਾਂ ਨੇ। ਮੇਰਾ ਖਿਆਲ ਹੈ ਕਿ ਇਹ ਦਿਨ ਨੂੰ ਰਾਤ 100 ਬੰਦੇ ਕਹਿ ਕੇ ਜਿੱਦਾਂ ਹੁੰਦਾ ਨਾ, ਉਹ ਹਾਲ ਇਹਨਾਂ ਨੇ ਕੀਤਾ ਹੋਇਆ। ਲੋਕ ਇਹਨਾਂ 'ਤੇ ਵਿਸ਼ਵਾਸ ਨਹੀਂ ਕਰਨਗੇ। ਗੱਲਬਾਤ ਗੱਲ ਕਰਨ ਦੇ ਸੀ ਅਵਿਨਾਸ਼ ਰਾਏ ਖੰਨਾ, ਜਿਨ੍ਹਾਂ ਨੇ ਜਿਮਨੀ ਚੋਣ ਨੂੰ ਲੈ ਕੇ ਸਾਡੇ ਨਾਲ ਖਾਸ ਗੱਲਬਾਤ ਕੀਤੀ। ਕੈਮਰਾਮੈਨ ਭਵਨ ਸਿੰਘ ਨਾਲ ਨਿਤਿਨ ਧਮਾਨ, MS1 ਨਿਊਜ਼ ਜਲੰਧਰ। ਜਲੰਧਰ ਜਿਮਨੀ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਵਿਧਾਇਕ ਚੋਣ ਪ੍ਰਚਾਰ ਕਰ ਰਹੇ ਹਨ ਤੇ ਆਪਣੇ ਉਮੀਦਵਾਰ ਦੀ ਹੌਸਲਾ ਅਫਜ਼ਾਈ ਵੀ ਕਰ ਰਹੇ ਹਨ, ਜਿਸ ਦੇ ਚੱਲਦੇ ਹੋਏ ਕਾਂਗਰਸ ਪਾਰਟੀ ਦੇ ਫਿਲੌਰ ਤੋਂ MLA ਵਿਕਰਮਜੀਤ ਸਿੰਘ ਚੌਧਰੀ ਵੀ ਆਪਣੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਜਲੰਧਰ ਪਹੁੰਚੇ, ਜਿੱਥੇ ਉਹਨਾਂ ਵੱਲੋਂ ਜਲੰਧਰ ਜਿਮਨੀ ਚੋਣਾਂ ਨੂੰ ਲੈ ਕੇ ਸਾਡੇ ਪੱਤਰਕਾਰ ਨਿਤਿਨ ਧਮਾਨ ਨਾਲ ਖਾਸ ਗੱਲਬਾਤ ਕੀਤੀ ਗਈ। ਉਹਦੇ ਨਾਲ ਗੱਲਬਾਤ ਕਰਾਂਗੇ ਜਲੰਧਰ ਜਿਮਨੀ ਚੋਣ ਨੂੰ ਲੈ ਕੇ। ਸਰ, ਹੁਣ ਤਾਂ 3-4 ਦਿਨ ਰਹਿ ਗਏ ਪ੍ਰਚਾਰ ਦੇ, किस तरीके का पहला तो हुण कितना फर्क नज़र आ रहा है? बहुत अच्छा रिस्पॉन्स है जी, और रिकॉर्ड तोड़ मार्जिन ते कांग्रेस पार्टी इत्थों जितेगी। और आने वाले एक अद्धे दिन च इन्हां दी जो लीडरशिप है उन्हां दा की किरदार है वो भी लोगों को पता लगन वाला है। अज जलंधर दे हर एक वोटर ने मन बना लिया है कि जो गलती 2022 च पंजाब दे लोगों तो इन्हां दी सरकार बना के होगी सी, अज मौका है कि इन्हां नूं इस इलैक्शन च करारी हार दे के इन्हां नूं जवाब देना। पिंडां च किहो जिहा रिस्पॉन्स मिल रहा है? बहुत अच्छा रिस्पॉन्स मिल रहा है जी, ओवरवेलमिंग रिस्पॉन्स मिल रहा है। इमोशनली लोग कांग्रेस पार्टी की कैंडिडेट मैडम करमजीत कौर जी नूं वोट पा के जिताउण दा मन बना चुके हैं। BJP ਦੀ ਸਮੁੱਚੀ ਸੈਂਟਰਲ ਲੀਡਰਸ਼ਿਪ ਆਈ ਹੋਈ ਹੈ, ਕਹਿ ਰਹੀ ਡਬਲ ਇੰਜਨ ਦੀ ਸਰਕਾਰ ਬਣਾਏਗੀ ਅਸੀਂ। डबल इंजन इन्हां दे इंजन सीज हो चुके हैं। ਗੱਲ ਕਰਨੋਂ ਤੇ ਸੀ ਵਿਕਰਮਜੀਤ ਸਿੰਘ ਜਿਨ੍ਹਾਂ ਨੇ ਸਾਡੇ ਨਾਲ ਖਾਸ ਗੱਲਬਾਤ ਕੀਤੀ ਤੇ ਚਿਮਨੀ ਚੋਣਾਂ ਨੂੰ ਲੈ ਕੇ ਚਰਚਾ ਕੀਤੀ। ਕੈਮਰਾਮੈਨ ਦਾਦੂ ਨਾਲ ਨਿਤਿਨ ਧਮਾਨ, MS1 ਨਿਊਜ਼। ਜਲੰਧਰ ਲੋਕ ਸਭਾ ਸੀਟ ਜਿਮਨੀ ਚੋਣ ਦੇ ਲਈ 10 ਮਈ ਨੂੰ ਵੋਟਾਂ ਪੈਣਗੀਆਂ। ਜਿਵੇਂ VOTING ਦੀ ਤਰੀਕ ਨੇੜੇ ਆ ਰਹੀ ਹੈ, ਇਸ ਦੌਰਾਨ ਹੀ ਜਲੰਧਰ ਸੀਟ ਤੇ ਚੋਣ ਪ੍ਰਚਾਰ ਹੋਰ ਤੇਜ਼ ਹੁੰਦਾ ਜਾ ਰਿਹਾ ਹੈ, ਜਿਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਰਾਜਸਥਾਨ ਦੇ ਜੋਧਪੁਰ ਤੋਂ ਲੋਕ ਸਭਾ ਦੇ ਮੈਂਬਰ ਗਜਿੰਦਰ ਸਿੰਘ ਸ਼ਿਖਾਵਤ ਨੇ ਆਪਣੀ ਪਾਰਟੀ ਦੇ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਦੇ ਲਈ ਲੋਕ ਸਭਾ ਹਲਕੇ ਜਲੰਧਰ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਉਹਨਾਂ ਵੱਲੋਂ ਜਲੰਧਰ ਵਿੱਚ ਚੋਣਾਂ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਗਈ। ਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਇਹ ਖਾਸ ਰਿਪੋर्ट। आप लोगों ने इतनी सहजता से इस 1 महीने तक इंतजार किया, मैं आप सबका ऋणी होकर के कृतज्ञ भाव से आपका अभिनंदन करता हूँ। मित्रों, जलंधर में उपचुनाव होने वाले, 1.25 साल पहले पंजाब की जनता ने जिस अपेक्षा के साथ में, जिस आकांक्षा के साथ में और जिस बदलाव की चाहत में यहाँ पंजाब में एक तरफा छप्पर फाड़ करके मतदान करते हुए ऐतिहासिक बहुमत के साथ में आम आदमी पार्टी की सरकार बनाई। ये जो परिस्थिति बनी है इसको पंजाब की जनता समझने लगी, और जो धोखा पंजाब की जनता के साथ में हुआ था
उस धोखे को समझ करके अब पंजाब की जनता ने मानस बना लिया कि अब की बार इस जालंधर के उपचुनाव में, मित्रों वैसे भी मैं इस जालंधर के उपचुनाव को पंजाब के लोगों के पास में आए हुए एक अद्भुत अवसर की तरह देखता हूं कि इस अवसर के माध्यम से वो पंजाब की इस गूंगी, बहरी और जबरदस्ती आंखें मूंद करके वो सोई हुई सरकार के मुंह पर एक चपेट लगा करके इसको उठाने के लिए, इसको जगाने के लिए इस अपॉर्चुनिटी का उपयोग कर सकते हैं। मैं आपके माध्यम से जालंधर के सभी मतदाताओं से आग्रह करना चाहता हूं कि अधिक से अधिक संख्या में मतदान का प्रयोग करके अपनी भावनाओं का इजहार करें। भावनाओं का इजहार जो आप चौराहे पर करते हैं, जो घर में बैठ करके करते हैं, आपसी बातचीत में करते हैं, वो भावनाएं मत के रूप में अभिव्यक्त हों, ताकि इस तरह की दोगली सरकार, दो मुंह की सरकार, खाने और दिखाने के अलग अलग तरह के दांत रखने वाली सरकार जो है, उसकी हकीकत का पर्दाफाश जो हुआ है उसका प्रतिकार हो सके और इनको उसका प्रतिफल मिल सके। भारतीय जनता पार्टी, हम सब जानते हैं कि पिछले चुनाव में 1.25 साल पहले ही पहली बार पूरे प्रांत में अपनी क्षमता पर, अपनी ताकत पर, अपने नेतृत्व में चुनाव लड़ी थी। उस आंधी में जहां सभी दूसरी पॉलिटिकल पार्टीज का वोट शेयर बुरी तरह से गिरा था, भारतीय जनता पार्टी ने उस समय भी अपने वोट शेयर में वृद्धि ऐसी दर्ज की थी। बेशक हम 2 सीट ही जीत पाए, लेकिन सदन से लेकर के सड़क तक पिछले 1.25 साल में अगर किसी पार्टी ने विपक्षी भूमिका को निर्वहन किया है तो मैं जिम्मेदारी के साथ में कह सकता हूं कि भारतीय जनता पार्टी ने किया। उसके चलते भारतीय जनता पार्टी की लोकप्रियता का व्याप और जिस तरह से पंजाब के लोगों का प्यार और जालंधर के लोगों का प्यार हमें इस चुनाव के समय मिल रहा है। जालंधर के इस उपचुनाव में 2024 के जनरल इलेक्शंस में और 2027 के विधानसभा चुनाव में निश्चित रूप से भारतीय जनता पार्टी ऐतिहासिक परिणामों के साथ में पंजाब की जनता के आशीर्वाद से सरकार में, सत्ता में आएगी, ऐसा मुझे आज को देख करके भरोसा लगता है। जिस तरह से चुनाव में इतने विपरीत परिणाम आने के बावजूद भी, केवल 2 सदस्य जीतने के बावजूद भी सभी राजनीतिक दलों से टूट करके लोगों को भारतीय जनता पार्टी में आने की जो श्रृंखला है, जो निरंतर चल रही है, ये श्रृंखला इस बात की द्योतक है, इस बात की परिचायक है कि भारतीय जनता पार्टी को एकमात्र बचे हुए विकल्प के रूप में जनता, जनप्रतिनिधि और राजनीतिक क्षेत्र में काम करने वाले लोग देख रहे हैं। आप सबका बहुत सारा धन्यवाद, बहुत सारा अभिनंदन। लेकिन जहां तक अकाली दल का प्रश्न, अकाली दल ने अपनी प्रतिष्ठा खो दी है, जनता से विश्वास उठ गया है, जनता का अकाली दल पर से विश्वास उठ गया, उनका चेहरा बेनकाब हो गया है। और मैं तो इसको इस दृष्टिकोण से देखता हूं कि प्रकाश सिंह बादल साहब जब तक थे तब तक फिर भी कहीं कोई शायद सुधार और परिवर्तन हो जाएगा, इस तरह की गुंजाइश लोगों के मन में दिखाई देती थी, कहीं रे ऑफ होप थी। मुझे लगता है कि उनके जाने के साथ में वो अंतिम आशा की किरण भी जो है लोगों की अकाली दल से जो लेकर के थी वो समाप्त हो गई। हजार जो है उसके अतिरिक्त हम सलामती का शासन देंगे, शांति और सुख शांति, चैन, अमन चैन का शासन कायम करेंगे। लोग आज उसको लेकर के इतने गुस्से में, इतने नाराजगी में कि उसका इजहार गाए बगाए सड़कों पर, सब जगह पर माननीय मुख्यमंत्री को और सरकार के सभी प्रतिनिधियों को देखना पड़ता है। आपके और सोशल मीडिया के सारे हैंडल्स में उठा करके पिछले 3 महीने में देखिए, इसका जवाब अपने आप आपको मिल जाएगा। ਜਿਵੇਂ ਜਿਵੇਂ VOTING ਦੀ ਤਰੀਕ ਨੇੜੇ ਆ ਰਹੀ ਹੈ, ਉਸ ਨੂੰ ਦੇਖਦੇ ਹੋਏ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਜਲੰਧਰ ਸੀਟ ਤੇ ਚੋਣ ਪ੍ਰਚਾਰ ਹੋਰ ਤੇਜ਼ ਹੁੰਦਾ ਜਾ ਰਿਹਾ ਹੈ, ਜਿਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਸ਼ਵਨੀ ਸ਼ਰਮਾ ਵੀ ਆਪਣੀ ਪਾਰਟੀ ਦੇ ਉਮੀਦਵਾਰ ਦੀ ਹੌਸਲਾ ਅਫਜ਼ਾਈ ਕਰਨ ਦੇ ਲਈ ਲੋਕ ਸਭਾ ਹਲਕਾ ਜਲੰਧਰ ਪਹੁੰਚੇ। ਉਹਨਾਂ ਨੇ ਸਾਡੇ ਪੱਤਰਕਾਰ ਨਿਤਿਨ ਧੀਮਾਨ ਨਾਲ ਵਿਸ਼ੇਸ਼ ਗੱਲਬਾਤ ਕਰਕੇ ਜਲੰਧਰ ਜਿਮਨੀ ਚੋਣਾਂ ਬਾਰੇ ਆਪਣੀ ਪ੍ਰਤੀਕਿਰਿਆ ਅਤੇ ਆਪਣੀ ਪਾਰਟੀ ਦੇ ਉਤਸ਼ਾਹ ਬਾਰੇ ਜਾਣੂ ਕਰਵਾਇਆ। ਜਲੰਧਰ ਜਿਮਨੀ ਚੋਣ ਦੇ ਪ੍ਰਚਾਰ ਵਾਸਤੇ ਹੁਣ ਕੁਝ ਹੀ ਦਿਨ ਬਾਕੀ ਰਹਿ ਗਏ ਨੇ। ਸਾਰੀਆਂ ਪਾਰਟੀਆਂ ਨੇ
ਜ਼ੋਰ ਲਾਤਾ ਹੋਇਆ ਪੂਰਾ। ਮੇਰੇ ਨਾਲ ਬੀਜੇਪੀ ਦੇ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਗੱਲਬਾਤ ਕਰਾਂਗੇ। ਅਸ਼ਵਨੀ ਜੀ, ਫਿਰ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਕਿਸ ਤਰੀਕੇ ਦਾ ਹੁਣ 15 ਦਿਨ ਪਹਿਲਾਂ ਜਿਹੜੀ ਚੀਜ਼ ਸੀਗੀ ਹੁਣ ਕਿਸ ਤਰੀਕੇ ਦਾ ਕੋਈ ਚੇਂਜ ਹੋਇਆ ਜਾਂ ਵਧਿਆ ਘਟਿਆ, ਕਿਵੇਂ ਹੈ? ਜਿਮਨੀ ਚੋਣ ਦੀ ਤਿਆਰੀ ਦੇ ਅੰਦਰ ਬੀਜੇਪੀ ਪਿਛਲੇ ਲਗਭਗ 3 ਮਹੀਨਿਆਂ ਤੋਂ ਲੱਗੀ ਹੋਈ ਸੀ। ਇਸ ਚੁਣਾਵ 'ਚ ਸਭ ਤੋਂ ਵੱਡਾ ਜਿਹੜਾ ਚੇਂਜ ਬੀਜੇਪੀ ਨੂੰ ਦੇਖਣ 'ਚ ਮਿਲਿਆ ਹੈ, ਸ਼ਹਿਰਾਂ ਦੇ ਅੰਦਰ ਬੀਜੇਪੀ ਦੀ ਤਾਕਤ ਤੇ ਸਾਰੇ ਲੋਕ ਜਾਣਦੇ ਨੇ ਕਿ ਅਸੀਂ ਇੱਥੇ ਚੁਣਾਵ ਵੀ ਲੜਦੇ ਹਾਂ, MLA ਵੀ ਬਣਦੇ ਹਾਂ, ਮੰਤਰੀ ਵੀ ਸਾਡੇ ਬਣੇ ਨੇ। ਲੇਕਿਨ ਪਿੰਡਾਂ ਦੇ ਅੰਦਰ ਅਸੀਂ ਨਾ ਪੰਚੀ ਲੜੀ, ਨਾ ਸਰਪੰਚੀ ਲੜੀ, ਨਾ ਬਲਾਕ ਸਮਿਤੀ ਲੜੀ ਕਦੀ। ਲੇਕਿਨ ਜਿਸ ਪ੍ਰਕਾਰ ਦਾ ਉਤਸ਼ਾਹ ਪਿੰਡਾਂ 'ਚ ਮਿਲਿਆ, ਉਹ ਆਪਣੇ ਆਪ 'ਚ ਸ਼ੁਭ ਸੰਕੇਤ ਹੈ ਇਸ ਚੁਣਾਵ ਦੇ ਅੰਦਰ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿੰਡਾਂ ਦੇ ਲੋਕੀ, ਅਸੀਂ ਪਿੰਡ 'ਚ ਪੁੱਜਣ 'ਚ ਮਾਨੋ ਦੇਰੀ ਹੋਈ ਹੈ ਤੇ ਸਾਡੇ ਵੱਲੋਂ ਹੋਈ ਹੈ। ਅਸੀਂ ਗਏ ਹਾਂ ਤੇ ਉਹ ਕਹਿੰਦੇ ਸੀ ਤੁਹਾਡਾ ਤਾਂ ਇੰਤਜ਼ਾਰ ਕਰ ਰਹੇ ਸੀ ਕਿ ਬੀਜੇਪੀ ਵਾਲੇ ਨਹੀਂ ਆਏ। ਇਹ ਜਿਹੜਾ ਮਾਹੌਲ ਬਣਿਆ, ਇਹ ਮੈਨੂੰ ਲੱਗਦਾ ਹੈ ਕਿ ਨਰਿੰਦਰ ਭਾਈ ਮੋਦੀ ਜੀ ਨੇ ਪੰਜਾਬ ਨਾਲ ਜੁੜੇ ਮੁੱਦਿਆਂ ਨੂੰ ਜਿਸ ਤਰੀਕੇ ਨਾਲ ਐਡਰੈਸ ਕੀਤਾ ਹੈ, ਉਹਦਾ ਇੱਕ ਪ੍ਰਭਾਵ ਹੈ। ਔਰ ਦੂਸਰਾ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਜਿਹੜੀ ਇਹ ਸਰਕਾਰ ਲੋਕਾਂ ਨੇ 13 ਮਹੀਨੇ ਪਹਿਲਾਂ ਬਣਾਈ ਸੀ, ਲੋਕੀ ਪੂਰੀ ਤਰ੍ਹਾਂ ਨਾਲ ਉਮੀਦ ਖੋ ਚੁੱਕੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਇਸ ਸਰਕਾਰ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ, ਝੂਠ ਬੋਲਿਆ, ਫਰੇਬ ਕੀਤਾ ਹੈ, ਲਾਰੇ ਲਾਏ ਨੇ ਔਰ ਆਪਣੀਆਂ ਕਮਿਟਮੈਂਟ ਜਿਹੜੀਆਂ ਸਾਡੇ ਨਾਲ ਕਰਕੇ ਵੋਟਾਂ ਦੀ ਖੇਤੀ ਕੀਤੀ ਹੈ ਔਰ ਸਰਕਾਰ ਬਣਾਈ ਹੈ, ਪਰ ਸਾਡੇ ਨਾਲ ਕੀਤੀ ਕਮਿਟਮੈਂਟ ਨੂੰ ਪੂਰਾ ਨਹੀਂ ਕੀਤਾ। ਇਹਨਾਂ ਨੇ ਸਾਨੂੰ ਛੱਲਿਆ ਔਰ ਉਹਨਾਂ ਦੇ ਪ੍ਰਤੀ ਇੱਕ ਗੁੱਸਾ ਲੱਗ। ਤੀਸਰਾ ਜਿਹੜਾ ਮੁਤਵਾਤਰ ਲਗਾਤਾਰ 2 ਵਾਰ ਆਜ਼ਾਦੀ ਤੋਂ ਛੱਡਦੀ ਏ ਤੇ ਇੱਥੇ ਕਾਂਗਰਸ ਦੇ MP ਰਹੇ ਨੇ। ਹੁਣ ਜਿਹੜੇ ਜਿਨ੍ਹਾਂ ਦੇ ਦੇਹਾਂਤ ਦੇ ਕਾਰਨ ਚੁਣਾਵ ਹੋ ਰਿਹਾ, 9 ਸਾਲ ਲਗਾਤਾਰ ਉਹ ਇੱਥੇ MP ਸੀ। ਲੋਕਾਂ ਦੇ ਮਨ 'ਚ ਇਹ ਵੀ ਸ਼ੰਕਾ ਪੈਦਾ ਹੁੰਦੀਆਂ ਹੈ ਕਿ ਯਾਰ ਬਾਕੀ ਜਿੱਥੇ ਜਿੱਥੇ ਬੀਜੇਪੀ ਦੀ ਸਟੇਟ ਹੈ ਜਾਂ ਉਹਨਾਂ ਦੇ MP ਨੇ, ਉਹਨਾਂ ਦੇ ਆਪਣੇ ਇਲਾਕੇ ਦੀ ਨੁਹਾਰ ਨੂੰ ਬਦਲਿਆ। ਇਹ 9 ਸਾਲ MP ਰਹੇ। 9 ਸਾਲ MP ਦੇ ਨਾਤੇ ਇਹਨਾਂ ਨੇ ਸਾਡੇ ਅਧਿਕਾਰਾਂ ਦੀ ਰਾਖੀ ਜਿਹੜੀ ਉਹ ਠੀਕ ਤਰੀਕੇ ਨਾਲ ਨਹੀਂ ਕੀਤੀ ਔਰ ਕੇਂਦਰ ਤੋਂ ਇੱਕ MP ਦੇ ਰੂਪ 'ਚ ਜਿਹੜੇ ਪ੍ਰੋਜੈਕਟ ਇੱਥੇ ਆਉਣੇ ਚਾਹੀਦੇ ਸੀ ਉਹ ਨਹੀਂ ਆਏ। ਉਲਟਾ ਜਿਹੜਾ ਸਮਾਰਟ ਸਿਟੀ ਦਾ ਪੈਸਾ ਕੇਂਦਰ ਨੇ, ਮੋਦੀ ਨੇ ਭੇਜਿਆ ਸੀ, 900 ਕਰੋੜ ਤੋਂ ਉੱਪਰ ਦਾ ਉਹ ਅਮਾਊਂਟ ਹੈ, ਉਹ ਜਿਸ ਤਰੀਕੇ ਨਾਲ ਲੱਗਣਾ ਚਾਹੀਦਾ ਸੀ ਉਹ ਲੱਗਿਆ ਨਹੀਂ। ਉਹ ਖੁਰਦ-ਬੁਰਦ ਹੋਇਆ, ਭ੍ਰਸ਼ਟਾਚਾਰ ਹੋਇਆ ਔਰ MP ਸਾਹਿਬ ਨੇ ਕਦੀ ਵੀ ਉਹਦੇ ਤੇ ਕੋਈ ਟਿੱਪਣੀ ਨਹੀਂ ਕੀਤੀ, ਜਦਕਿ ਉਹਨਾਂ ਦਾ ਫਰਜ਼ ਸੀ ਕਿ ਕੇਂਦਰ ਦਾ ਜਿਹੜਾ ਪੈਸਾ ਆਇਆ ਉਹਦੀ ਪਾਈ ਜਿਹੜੀ ਹੈ ਜਿਸ ਪ੍ਰੋਜੈਕਟ ਲਈ ਆਈ ਉਹਦੇ ਤੇ ਲੱਗਦੀ। ਇਹ ਇਸ ਕਰਕੇ ਵੀ ਕਾਂਗਰਸ ਦੇ ਪ੍ਰਤੀ ਵੀ ਨਿਰਾਸ਼ਾ। ਇਸ ਕਰਕੇ ਪਿੰਡ ਹੋਏ ਜਾਂ ਸ਼ਹਿਰ ਹੋਏ, ਬੀਜੇਪੀ ਨੂੰ ਪੰਜਾਬ ਦੇ ਅੰਦਰ ਇੱਕ ਨਵੀਂ ਆਸ ਦੀ ਕਿਰਨ ਦੇ ਰੂਪ 'ਚ ਵੋਟਰ ਦੇਖ ਰਿਹਾ ਔਰ ਉਹਨੂੰ ਲੱਗਦਾ ਹੈ ਕਿ ਬੀਜੇਪੀ ਇੱਕ ਐਸੀ ਪਾਰਟੀ ਹੈ ਜਿਹੜੀ ਪੰਜਾਬ ਦੇ ਲੋਕਾਂ ਦੀ ਆਸ ਤੇ ਖਰਾ ਉਤਰ ਸਕਦੀ ਹੈ, ਪੰਜਾਬ ਨੂੰ ਮੁੜ ਕੇ ਵਿਕਾਸ ਦੀ ਰਾਹ ਤੇ ਪਾ ਸਕਦੀ ਹੈ ਔਰ ਪੰਜਾਬ ਨੂੰ ਆਰਥਿਕ ਬਦਹਾਲੀ ਤੋਂ ਕੱਢ ਸਕਦੀ ਹੈ। ਇਹ ਕਾਰਨ ਸਾਰੇ ਮੈਨੂੰ ਦਿਖਦੇ ਨੇ ਜਿਹਦੇ ਕਾਰਨ ਬੀਜੇਪੀ ਦੇ ਪ੍ਰਤੀ ਲੋਕਾਂ ਦਾ ਸਨੇਹ, ਪਿਆਰ ਦਿਖ ਰਿਹਾ। ਅੱਜ ਦਿੱਲੀ ਦੇ ਵਿੱਚ ਰਾਸ਼ਟਰੀ ਅਧਿਕਸ਼ ਹੋਰਾਂ ਨੇ ਦੀ ਅਗਵਾਈ ਦੇ ਵਿੱਚ ਚਰਨਜੀਤ ਅਟਵਾਲ ਵੀ ਪਾਰਟੀ ਸ਼ਾਮਿਲ ਹੋ ਗਏ ਨੇ। ਕਿੰਨਾ ਫਾਇਦਾ ਜਲੰਧਰ ਜਿਮਨੀ ਚੋਣ ਦੇ ਵਿੱਚ? ਡੈਫੀਨੇਟ। ਬੜੇ ਅਟਵਾਲ ਸਾਹਿਬ ਦਾ ਇੱਕ ਆਪਣਾ ਕੱਦ ਹੈ। ਉਹ ਪੰਜਾਬ ਦੀ ਅਸੈਂਬਲੀ ਦੇ ਅੰਦਰ ਬਤੌਰ ਸਪੀਕਰ ਵੀ ਰਹੇ, ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਡਿਪਟੀ ਸਪੀਕਰ ਦੇ ਰੂਪ 'ਚ ਉਹਨਾਂ ਨੇ ਕੰਮ ਕੀਤਾ ਔਰ ਇਸ ਲੰਬਾ ਸਮੇਂ ਪੰਜਾਬ ਦੀ ਰਾਜਨੀਤੀ 'ਚ ਉਹਨਾਂ ਦੀ ਭੂਮਿਕਾ ਰਹੀ ਹੈ। ਇਸ ਕਰਕੇ ਉਹਨਾਂ ਦਾ ਪਾਰਟੀ 'ਚ ਆਉਣਾ ਇਸ ਚੁਣਾਵ ਨੂੰ ਵੀ ਗਤੀ ਦੇਗਾ ਔਰ ਭਾਰਤੀ ਜਨਤਾ ਪਾਰਟੀ ਨੂੰ ਵੀ ਇਹਦਾ ਲਾਭ ਹੋਏਗਾ। ਉਹਨਾਂ ਤਾਂ ਕਿਉਂਕਿ ਉਹਨਾਂ ਦੇ ਸਪੁੱਤਰ ਚੁਣਾਵ ਲੜ ਰਹੇ ਨੇ, ਸਪੁੱਤਰ ਤੋਂ ਜ਼ਿਆਦਾ ਉਹ ਬੀਜੇਪੀ ਦੇ ਕੈਂਡੀਡੇਟ ਦੇ ਲਈ ਖੁੱਲ੍ਹ ਕੇ ਪ੍ਰਚਾਰ ਕਰ ਪਾਉਣਗੇ। ਪਹਿਲਾਂ ਤਾਂ ਉਹਨਾਂ ਦੀ ਕੋਈ ਪ੍ਰੀਧੀਆਂ ਸੀ, ਹੁਣ ਉਹਨਾਂ ਨੇ ਉਹ ਬੰਧਨ ਤੋੜੇ ਨੇ। ਸੁਭਾਵਿਕ ਰੂਪ 'ਚ ਚੁਣਾਵ ਦੇ परिणाम 'ਚ ਉਹਦਾ ਅਸਰ ਹੋਏਗਾ। ਅਕਾਲੀ ਦਲ ਤੋਂ ਵੱਖ ਹੋ ਕੇ ਪਹਿਲੀ ਵਾਰ ਚੋਣ ਲੜ ਰਹੇ ਹੋ, ਵੱਖ ਹੋਣ ਦਾ ਫਿਰ ਫਾਇਦਾ ਹੋਇਆ ਜਾਂ ਕਿਤੇ ਘਾਟਾ ਹੋ ਰਿਹਾ? ਮੈਨੂੰ ਲੱਗਦਾ ਕਿ ਇਹ ਜਿਹੜਾ
ਬੰਧਨ ਸੀ ਪਹਿਲਾਂ ਟੁੱਟਣਾ ਚਾਹੀਦਾ ਸੀ ਔਰ ਬੰਧਨ ਤੋਂ ਬਾਹਰ ਆ ਕੇ ਮੇਰੀ ਪਾਰਟੀ ਦਾ ਵਿਸਤਾਰ ਜਿਹੜਾ ਪੰਜਾਬ ਦੇ ਪਿੰਡਾਂ ਤੱਕ ਪੁੱਜਿਆ, ਇਹ ਪਾਰਟੀ ਲਈ ਇੱਕ ਸ਼ੁਭ ਸੰਕੇਤ ਔਰ ਪੰਜਾਬ ਲਈ ਵੀ ਸ਼ੁਭ ਸੰਕੇਤ ਹੈ। ਪਹਿਲਾਂ ਇੱਕ ਬੰਦਿਸ਼ ਸੀ, 23 ਸੀਟਾਂ ਲੜਦੇ ਹੋ, ਉੱਥੋਂ ਤੱਕ ਤੁਹਾਡੀ ਆਰਗੇਨਾਈਜੇਸ਼ਨ ਦੀ ਬਣਤਰ ਅਲੱਗ ਤਰ੍ਹਾਂ ਦੀ ਹੁੰਦੀ ਸੀ। ਜਿੱਥੇ ਤੁਸੀਂ ਚੁਣਾਵ ਨਹੀਂ ਲੜਦੇ ਸੀ ਉੱਥੇ ਤੁਹਾਡੇ ਨੂੰ ਕਈ ਤਰ੍ਹਾਂ ਦੇ ਬੰਧਨ ਸੀ ਕਿ ਤੁਸੀਂ ਜੀ ਦੇਖੋ ਜੀ ਪਿੰਡ 'ਚ ਨਹੀਂ ਆਉਣਾ, ਤੁਸੀਂ ਕੀ ਕਰਨਾ ਪਿੰਡ 'ਚ ਆ ਕੇ, ਤੁਸੀਂ ਕਿਹੜਾ ਸਰਪੰਚੀ ਲੜਨੀ ਹੈ। ਸਾਡੀ ਆਰਗੇਨਾਈਜੇਸ਼ਨ ਉੱਥੇ ਉਨੀ ਮਜ਼ਬੂਤ ਨਹੀਂ ਸੀ ਜਿੰਨੀ ਮਜ਼ਬੂਤ ਹੋਣੀ ਚਾਹੀਦੀ ਹੈ। ਅੱਜ ਜੋ ਵੀ ਪੰਜਾਬ 'ਚ ਬਣੇਗਾ, ਜਿਸ ਰੂਪ 'ਚ ਵੀ ਆਰਗੇਨਾਈਜੇਸ਼ਨ ਖੜੀ ਹੋਏਗੀ, ਉਹ ਪੂਰੀ ਤਰ੍ਹਾਂ ਨਾਲ ਬੀਜੇਪੀ ਦੇ ਵਿਚਾਰ ਦੇ ਨਾਲ ਓਤਪ੍ਰੋਤ ਹੋਏਗੀ ਔਰ ਜਦੋਂ ਸੰਗਠਨ ਤੁਹਾਡਾ ਲਾਸਟ ਇਕਾਈ ਤੱਕ ਬੰਦਾ ਹੈ ਤੇ ਉਹਦਾ ਲਾਭ ਤੁਹਾਨੂੰ ਚੁਣਾਵੀ ਯੁੱਧ ਦੇ ਅੰਦਰ ਵੀ ਮਿਲਦਾ ਹੈ। ਧੰਨਵਾਦ ਕਰਨ ਤੇ ਅਸੀਂ ਅਸ਼ਵਨੀ ਸ਼ਰਮਾ ਜਿਨ੍ਹਾਂ ਨੇ ਚੋਣਾਂ ਨੂੰ ਲੈ ਕੇ ਸਾਡੇ ਨਾਲ ਖਾਸ ਗੱਲਬਾਤ ਕੀਤੀ। ਕੈਮਰਾਮੈਨ ਰਜੇ ਜੋਸ਼ੀ ਨਾਲ ਨਿਤਿਨ ਧੀਮਾਨ, MS1 ਨਿਊਜ਼ ਜਲੰਧਰ। ਜਲੰਧਰ ਦੀ ਜੰਗ ਦੇ ਇਸ ਖਾਸ ਬੁਲਟਨ ਵਿੱਚ ਸਾਡੇ ਨਾਲ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅਤੇ ਜਲੰਧਰ ਤੋਂ ਹਰ ਖਾਸ ਕਵਰੇਜ ਦੇਖਣ ਲਈ ਤੁਸੀਂ ਬਣੇ ਰਹੋ MS1 ਨਿਊਜ਼ ਦੇ ਨਾਲ। ਸਤਿ ਸ੍ਰੀ ਅਕਾਲ।